ਦਨਾ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸੀ ਪ੍ਰਕਾਰ ਕਿਤਕ ਦਿਨ ਬਿਤੇ ਪਰਮ ਪ੍ਰਸੰਨ ਗੁਰੂ ਕਰ ਲਿਤੇ। ਪ੍ਰੇਮ ਸਹਿਤ ਮਨ ਨਿਮਰ ਬੈਸਾਲਾ ਸੇਵਹਿ ਚਰਨ ਕਮਲ ਸਭ ਕਾਲਾ। ਇਸੀ ਪ੍ਰਕਾਰ ਕਿਤਕ ਦਿਨ ਬਿਤੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ
ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰ ਜਾਮੀ ਧੰਨ 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 ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਆਪਾਂ ਸਾਰੇ ਹੀ ਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ, ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੇ ਸ਼ਬਦ ਸਰਵਣ ਕੀਤਾ। ਆਓ ਸਾਰੀ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਤੀਸਰੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਨਾਲ ਹੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੂਸਰੇ ਪਾਤਸ਼ਾਹ, ਉਹਨਾਂ ਦਾ ਪਵਿੱਤਰ ਜੀਵਨ ਚੱਲ ਰਿਹਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਅਮਰਦਾਸ ਜੀ ਨੇ ਬੜੀ ਸੇਵਾ ਕੀਤੀ ਜੀ, ਬਹੁਤ ਸੇਵਾ ਕੀਤੀ। ਤੇ ਸੇਵਾ ਤੋਂ ਖੁਸ਼ ਹੋ ਕੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ ਫਰਕ ਨਹੀਂ ਕੋਈ ਹੈਗਾ ਜੀ, ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਨਗਰ ਵਸਾ ਲਿਆ ਗੋਇੰਦਵਾਲ ਸਾਹਿਬ, ਤੇ ਮਹਾਰਾਜ ਬਾਬਾ ਅਮਰਦਾਸ ਜੀ ਭਾਵ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਰਹਿੰਦੇ ਆ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਜੀ ਦੀ ਧਰਤੀ ਤੇ ਰਹਿੰਦੇ ਆ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਬੜੇ ਹੀ ਪਿਆਰ ਨਾਲ ਯਾਦ ਕਰਨ ਜੀ, ਇੰਨੇ ਪਿਆਰ ਨਾਲ ਬੈਠ ਕੇ ਨੇਤਰ ਬੰਦ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਆਉਣਾ ਪਿਆ ਜੀ। ਤੁਸੀਂ ਅੰਦਾਜ਼ਾ ਲਾਓ, ਗੱਲ ਤੇ ਪਿਆਰ ਦੀ ਹੈ ਜੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਗੱਲ ਤੇ ਸਾਰੀ ਪਿਆਰ ਦੀ ਹੈ। ਤੁਸੀਂ ਸੁਣਿਆ ਕਿਵੇਂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਏ, ਕਿਵੇਂ ਬਾਬਾ ਅਮਰਦਾਸ ਜੀ ਉਸੇ ਵੇਲੇ ਸੁਣਦਿਆਂ ਸਾਰੀ ਅਗਲਵੰਡੀ ਲੈਣ ਗਏ ਤੇ ਮਹਾਰਾਜ ਦੇ ਚਰਨਾਂ ਤੇ ਜਦੋਂ ਨਮਸਕਾਰ ਕੀਤੀ, ਗੁਰੂ ਅੰਗਦ ਦੇਵ ਜੀ ਨੇ ਸੀਨੇ ਨਾਲ ਲਾ ਲਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਜਨਮ ਧੰਨ ਹੈ, ਕਹਿਣ ਲੱਗੇ ਤੁਸੀਂ ਇੰਨੇ ਪਿਆਰ ਨਾਲ ਸਾਨੂੰ ਯਾਦ ਕੀਤਾ, ਸਾਨੂੰ ਆਉਣਾ ਪਿਆ, ਮਹਾਰਾਜ ਕਹਿਣ ਲੱਗੇ। ਔਰ ਨਾਲ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਭਾਈ ਜਿਹੜਾ ਸਾਨੂੰ ਪਿਆਰ ਨਾਲ ਯਾਦ ਕਰੇ ਸਾਨੂੰ ਜਾਣਾ ਪੈਂਦਾ, ਕਹਿੰਦੇ ਜਾਣਾ ਪੈਂਦਾ। ਕੱਲ ਵੀ ਬੇਨਤੀ ਕੀਤੀ ਸੰਗਤ ਜੀ, ਉਮਰਾਂ ਦੀਆਂ ਉਮਰਾਂ ਲੰਘ ਗਈਆਂ, ਪਰ ਇਹੋ ਜਿਹਾ ਪਿਆਰ ਹੁਣ ਤੱਕ ਸਾਡੀ ਜ਼ਿੰਦਗੀ 'ਚ ਇੱਕ ਦਿਨ ਵੀ ਨਹੀਂ ਆਇਆ ਹੁੰਦਾ ਜੀ। ਤੁਸੀਂ ਵੇਖ ਲਓ, ਉਹਦਾ ਕਾਰਨ ਪਤਾ ਕੀ ਹੈ? ਮੈਲ ਬੜੀ ਚੜ੍ਹੀ ਹੋਈ ਮਨ ਨੂੰ ਜੀ, ਮੈਲ ਜ਼ਿਆਦਾ ਚੜ੍ਹ ਚੁੱਕੀ ਹੈ। ਇਸ ਕਰਕੇ ਐਸਾ ਪਿਆਰ ਆਪਣੀ ਜ਼ਿੰਦਗੀ ਵਿੱਚ ਅਜੇ ਇੱਕ ਵਾਰੀ ਵੀ ਨਹੀਂ ਉਮੜਿਆ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਾਬਾ ਜੀ ਬਾਬਾ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੇ ਅੰਦਰ ਲੈ ਕੇ ਗਏ। ਸਾਰਾ ਨਗਰ ਵੇਖਿਆ ਤੇ ਜਦੋਂ ਛੱਡਣ ਮਹਾਰਾਜ ਤੁਰੇ ਨਾ ਜੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ, ਤੇ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਮੈਂ ਤੁਹਾਨੂੰ ਤੋਰ ਕੇ ਆਉਣਾ ਹੈ। ਤੋਰਦਿਆਂ ਵਿਛੜਨ ਦਾ ਜੀ ਨਹੀਂ ਕਰਦਾ, ਤੇ ਸੰਗਤ ਜੀ ਤੋਰਦਿਆਂ ਮੁੜ ਖਡੂਰ ਸਾਹਿਬ ਹੀ ਪਹੁੰਚ ਗਏ ਜੀ। ਖਡੂਰ ਸਾਹਿਬ ਪਹੁੰਚ ਗਏ। ਗੱਲ ਸਾਰੀ ਪਿਆਰ ਦੀ 'ਚ ਤੁਸੀਂ ਹਿਸਾਬ ਲਾਓ, ਵੱਖਰਾ ਨਗਰ ਮਹਾਰਾਜ ਨੇ ਵਸਾ ਦਿੱਤਾ ਬਾਬਾ ਅਮਰਦਾਸ ਜੀ ਨੂੰ, ਪਰ ਬਾਬਾ ਅਮਰਦਾਸ ਜੀ ਦਾ ਜਿਹੜਾ ਧਿਆਨ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਹੈਗਾ ਜੀ। ਇਹਦਾ ਭਾਵ ਲਿਓ ਸੰਗਤ ਜੀ, ਘਰ ਸਾਡੇ ਵਧੀਆ ਤੋਂ ਵਧੀਆ ਬਣਨ, ਸੋਨੇ ਦੇ ਬਣਨ, ਪਰ ਇੱਕ ਗੱਲ ਦਾ ਧਿਆਨ ਰੱਖਿਓ,
ਘਰ ਦੇ ਵਿੱਚ ਬੈਠ ਕੇ ਕਿਤੇ ਗੁਰੂ ਨੂੰ ਨਾ ਚੇਤੇ ਭੁੱਲ ਜਿਓ, ਧਿਆਨ ਸੱਚੇ ਪਾਤਸ਼ਾਹ ਵਿੱਚ ਰੱਖਿਆ ਕਰੋ। ਧਿਆਨ ਗੁਰੂ ਸਾਹਿਬ ਦੇ ਵਿੱਚ ਰੱਖਣਾ, ਗੱਲ ਤੇ ਸਾਰੀ ਧਿਆਨ ਦੀ ਹੈ। ਸੋ ਕੁਝ ਦਿਨ ਮਹਾਰਾਜ ਨੇ ਰੱਖਿਆ ਤੇ ਫਿਰ ਤੋਰਿਆ। 3 ਕੋਹ ਤੱਕ ਮਹਾਰਾਜ ਵੱਲ ਪਿੱਠ ਨਹੀਂ ਕਰਦੇ ਜੀ। ਇਹ ਸਾਰੀ ਕਥਾ ਤੁਸੀਂ ਕੱਲ ਸਰਵਣ ਕੀਤੀ। ਜਿਹਦੇ ਅੰਦਰ ਇਹ ਕਥਾ ਸੁਣ ਕੇ ਵੀ ਪਿਆਰ ਦਾ ਗੇੜਾ ਨਹੀਂ ਵੱਜਦਾ ਨਾ ਜੀ, ਸਮਝੋ ਉਹ ਹਿਰਦਾ ਖਾਲੀ ਹੈਗਾ ਜੀ। ਉਹਦੇ ਵਿੱਚ ਕੋਈ ਪ੍ਰਗਤੀ ਵਾਲੀ ਗੱਲ ਨਹੀਂ ਹੈਗੀ ਜੀ। ਜ਼ਿਆਦਾ ਤੋਂ ਜ਼ਿਆਦਾ ਸੱਚੇ ਪਾਤਸ਼ਾਹ ਨਾਲ ਪਿਆਰ ਕਰਿਆ ਕਰੀਏ। ਇਹ ਦਾਤ ਮਹਾਰਾਜ ਮੈਨੂੰ ਵੀ ਬਖਸ਼ਣ ਤੇ ਤੁਹਾਨੂੰ ਵੀ ਬਖਸ਼ਣ ਜੀ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਨੂੰ ਆਪਣਾ ਪਿਆਰ ਲਾਓ। ਪਤਾ ਕਿਉਂ? ਮਹਾਰਾਜ ਬਾਣੀ 'ਚ ਕਹਿੰਦੇ ਆਪੇ ਲਾਇਓ ਆਪਣਾ ਪਿਆਰ। ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਐ ਤੇ ਸਿੱਖ ਨੂੰ ਆਪੇ ਹੀ ਆਪਣਾ ਪਿਆਰ ਲਾਉਂਦੇ ਜੀ। ਬੰਦੇ ਦੇ ਵੱਸ ਨਹੀਂ ਹੈਗਾ ਜੀ। ਬੰਦਾ ਕਿੱਥੋਂ ਲਾ ਸਕਦਾ ਜੀ? ਬੰਦੇ ਨੂੰ ਤੇ ਮਾਇਆ ਚਿਮੜੀ ਹੋਈ ਹੈ ਜੀ। ਇਹਦਾ ਕਿੱਥੋਂ ਮਹਾਰਾਜ ਨਾਲ ਪਿਆਰ ਲੱਗਣਾ? ਆਪੇ ਲਾਇਓ ਆਪਣਾ ਪਿਆਰ। ਇਹ ਮਹਾਰਾਜ ਹੀ ਕਿਰਪਾ ਕਰਦੇ ਆ, ਆਪਣਾ ਪਿਆਰ ਸਾਨੂੰ ਲਾ ਦੇਣ ਸੱਚੇ ਪਾਤਸ਼ਾਹ। ਕਰੋ ਅਰਦਾਸ ਹੱਥ ਜੋੜ ਕੇ, ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਨਿਤਾਣੇ ਹਾਂ, ਆਪ ਕਿਰਪਾ ਕਰੋ ਤੇ ਸਾਨੂੰ ਆਪਣਾ ਪਿਆਰ ਲਾਓ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਕਰ ਸਕੀਏ ਤੁਹਾਡੇ ਨਾਲ। ਮਨੋ ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਸਾਰੀ ਸਿੱਖ ਸੰਗਤ ਗੱਜ ਕੇ ਆਖੋ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਇਸੀ ਪ੍ਰਕਾਰ ਕਿਤਕ ਦਿਨ ਬਿਤੇ। ਇਸ ਤਰੀਕੇ ਨਾਲ ਕੁਝ ਦਿਨ ਹੋਰ ਲੰਘ ਗਏ ਜੀ। ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਜੀ ਦੀ ਧਰਤੀ ਤੇ ਹਨ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਹਨ। ਹਾਂਜੀ। ਪਰਮ ਪ੍ਰਸੰਨ ਗੁਰੂ ਕਰ ਲਿਤੇ। ਤੇ ਪਿਆਰਿਓ, ਗੁਰੂ ਅਮਰਦਾਸ ਸਾਹਿਬ ਜੀ ਨੇ ਇੰਨੀ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਗੁਰੂ ਅੰਗਦ ਦੇਵ ਜੀ ਨੂੰ ਪਰਮ ਪ੍ਰਸੰਨ ਕਰ ਲਿਆ ਜੀ। ਆਪਾਂ ਕਹਿੰਦੇ ਨਾ ਜੀ, ਕਿਸੇ ਜਿਹਦੇ ਤੇ ਖੁਸ਼ ਹੋਈਏ, ਮੈਂ ਤੇਰੇ ਤੇ ਬੜਾ ਖੁਸ਼ ਹਾਂ। ਹਾਂਜੀ। ਤੇ ਪਿਆਰਿਓ, ਇੱਕ ਹੁੰਦਾ ਮੈਂ ਤੇਰੇ ਤੇ ਖੁਸ਼ ਹਾਂ, ਇੱਕ ਹੁੰਦਾ ਮੈਂ ਤੇਰੇ ਤੇ ਬੜਾ ਹੀ ਖੁਸ਼ ਹਾਂ। ਤੇ ਫਿਰ ਪਤਾ ਬੰਦਾ ਕੀ ਕਹਿੰਦਾ ਜਿਹਦੇ ਤੇ ਖੁਸ਼ ਹੋਵੇ? ਬੰਦਾ ਕਹਿੰਦਾ ਮੈਂ ਤੇਰੇ ਤੇ ਬੜਾ ਖੁਸ਼ ਹਾਂ, ਮੰਗ ਕੀ ਮੰਗਣਾ? ਜੋ ਮੰਗੇਗਾ ਲੈ ਕੇ ਦਿਆਂਗੇ। ਗੁਰੂ ਅਮਰਦਾਸ ਸਾਹਿਬ ਜੀ ਨੇ ਖੁਸ਼ ਕੀਤਾ ਗੁਰੂ ਅੰਗਦ ਦੇਵ ਜੀ ਨੂੰ। ਕਿਵੇਂ? ਸੇਵਾ ਦੇ ਨਾਲ ਜੀ, ਪਿਆਰ ਨਾਲ ਜੀ, ਤੇ ਖੁਸ਼ ਵੀ ਬੜਾ ਕਰ ਦਿੱਤਾ ਜੀ। ਹਾਂਜੀ। ਪ੍ਰੇਮ ਸਹਿਤ ਮਨ ਨਮਰ ਬਿਸਾਲਾ। ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਹਿਰਦਾ ਨਾ ਜੀ, ਪ੍ਰੇਮ ਤੇ ਨਿਮਰਤਾ ਦੇ ਨਾਲ ਭਰਿਆ ਪਿਆ ਜੀ। ਹੰਕਾਰ ਉੱਥੇ ਹੋਏਗਾ ਜਿੱਥੇ ਪ੍ਰੇਮ ਦੀ ਘਾਟ ਹੈਗੀ ਹੈ ਜੀ। ਜਿੱਥੇ ਪ੍ਰੇਮ ਹੋਏਗਾ ਨਾ, ਉੱਥੇ ਨਿਮਰਤਾ ਆਪੇ ਹੀ ਆ ਜਾਏਗੀ ਜੀ। ਪ੍ਰੇਮ ਤੇ ਨਿਮਰਤਾ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਹਿਰਦਾ ਭਰਿਆ ਹੋਇਆ ਪਿਆ ਜੀ। ਹਾਂਜੀ। ਸੇਵਹਿ ਚਰਨ ਕਮਲ ਸਭ ਕਾਲਾ। ਬਸ ਭਾਵੇਂ ਗੋਇੰਦਵਾਲ ਸਾਹਿਬ ਨੇ ਤੇ ਭਾਵੇਂ ਖਡੂਰ ਸਾਹਿਬ ਨੇ, ਮਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੇ ਚਰਨ ਸਦਾ ਹੀ ਸੇਵਦੇ ਰਹਿੰਦੇ ਜੀ। ਭਾਵੇਂ ਤੁਸੀਂ ਬੈਠੋ ਘਰ ਤੇ ਭਾਵੇਂ ਬੈਠੋ ਗੁਰੂ ਘਰ, ਪਿਆਰਿਓ ਮਨ ਸਦਾ ਹੀ ਮਹਾਰਾਜ ਦੇ ਚਰਨਾਂ ਨਾਲ ਸਾਡਾ ਜੁੜਿਆ ਰਵੇ। ਹਾਂਜੀ। ਸ਼੍ਰੀ ਅੰਗਦ ਸਭ ਗੁਣ ਕੇ ਧਾਮ। ਉਧਰ ਮਹਾਰਾਜ ਖਡੂਰ ਸਾਹਿਬ ਵਿੱਚ ਬੈਠੇ ਆ। ਧੰਨ ਗੁਰੂ ਅੰਗਦ ਦੇਵ ਸਾਹਿਬ, ਸਭ ਗੁਣ ਨੇ ਮਹਾਰਾਜ ਵਿੱਚ।
ਹਾਂਜੀ। ਸਦਾ ਸੁਸ਼ੀਲ ਪਰਮ ਨਿਹਕਾਮ। ਮਹਾਰਾਜ ਸੁਸ਼ੀਲ ਹਨ, ਸੁਸ਼ੀਲ ਹਨ ਤੇ ਪਰਮ ਨਿਹਕਾਮ, ਕੋਈ ਹਿਰਦੇ 'ਚ ਚਾਹਣਾ ਨਹੀਂ ਹੈਗੀ ਜੀ। ਲੋਕ ਆਉਣ ਮੱਥਾ ਟੇਕਣ ਮਾਇਆ ਚੜਾਉਣ, ਇਹੋ ਜਿਹੀ ਕੋਈ ਕਾਮਨਾ ਨਹੀਂ ਹੈਗੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ। ਹਾਂਜੀ। ਭਗਤ ਰੂਪ ਧਰ ਜਗਤ ਦਿਖਾਇਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਿਆਰਿਓ, ਜੇ ਸੇਵਾ ਦੀ ਗੱਲ ਕਰੀਏ ਨਾ ਤੇ ਕਮੀ ਗੁਰੂ ਅੰਗਦ ਦੇਵ ਜੀ ਨੇ ਵੀ ਨਹੀਂ ਸੀ ਛੱਡੀ ਜੀ। ਮਾਨੋ ਭਗਤੀ ਦਾ ਰੂਪ ਹੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ। ਤੇ ਭਗਤੀ ਇਹ ਨਹੀਂ ਹੈਗੀ ਵੀ ਅੱਖਾਂ ਬੰਦ ਕਰਕੇ ਨਾਮ ਜਪੋ ਤੇ ਗੁਰੂ ਦਾ ਹੁਕਮ ਨਾ ਮੰਨੋ। ਕਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੁਕਮ 'ਚ ਰਹੇ ਜੀ, ਕਮਾਲ ਹੀ ਸੀਗਾ ਜੀ ਪ੍ਰਸੰਗ। ਹਾਂਜੀ। ਹਰਖ ਨਾ ਸ਼ੋਕ ਨਾ ਕਬ ਉਰ ਆਇਓ। ਕਦੀ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਨ ਵਿੱਚ ਹਰਖ ਸ਼ੋਕ ਨਹੀਂ ਆਇਆ ਜੀ। ਆਪਾਂ ਸੰਸਾਰੀ ਬੰਦੇ ਆ, ਖੁਸ਼ੀ ਵਿੱਚ ਬਹੁਤ ਹੀ ਖੁਸ਼ ਹੋ ਜਾਂਦੇ ਆ। ਹਾਂਜੀ। ਖੁਸ਼ੀ ਵਿੱਚ ਵੀ ਰੱਬ ਨੂੰ ਭੁੱਲ ਜਾਂਦੇ ਤੇ ਦੁੱਖ ਵਿੱਚ ਬਹੁਤੇ ਦੁਖੀ ਹੋ ਜਾਂਦੇ, ਤਾਂ ਵੀ ਭੁੱਲ ਜਾਂਦੇ ਜੀ। ਮਹਾਰਾਜ ਇੱਕ ਸਮਾਨ ਅਵਸਥਾ ਵਿੱਚ ਰਹਿੰਦੇ ਜੀ। ਹਾਂਜੀ। ਮਾਨ ਅਮਾਨ ਸਮਾਨ ਮਹਾਨੇ। ਭਾਵੇਂ ਕੋਈ ਗੁਰੂ ਅੰਗਦ ਦੇਵ ਜੀ ਦਾ ਸਤਿਕਾਰ ਕਰ ਦਵੇ ਤੇ ਜੇ ਕੋਈ ਮੂਰਖ ਆ ਕੇ ਨਿਰਾਦਰ ਵੀ ਕਰੇ ਨਾ, ਮਹਾਰਾਜ ਕੁਝ ਨਹੀਂ ਕਹਿੰਦੇ ਜੀ। ਇੱਕ ਸਮਾਨ ਅਵਸਥਾ ਰੱਖਦੇ ਜੀ ਆਪਣੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਰਾਗ ਨਾ ਦਵੈਖ ਕਿਸੀ ਸੋ ਠਾਨੇ। ਨਾ ਤੇ ਬਹੁਤਾ ਰਾਗ, ਬਹੁਤਾ ਪ੍ਰੇਮ ਹੀ ਹਿਰਦੇ 'ਚ ਧਾਰ ਲੈਣਾ ਤੇ ਨਾ ਹੀ ਸਾਧ ਸੰਗਤ ਦਵੈਸ਼ ਈਰਖਾ ਧਾਰਨ ਕਰ ਲੈਣੀ ਜੀ ਕਿਸੇ ਨਾਲ। ਸਾਡੇ ਵਿੱਚ ਇਹ ਦੋਸ਼ ਨੇ। ਜੇ ਆਪਾਂ ਪ੍ਰੇਮ ਧਾਰਨ ਕਰਨ ਲੱਗੀਏ ਤੇ ਕਿਸੇ ਨਾਲ ਬਹੁਤਾ ਹੀ ਧਾਰਨ ਕਰ ਲੈਨੇ, ਤੇ ਜੇ ਨਫ਼ਰਤ ਹੋ ਜਾਏ ਤਾਂ ਫਿਰ ਨਫ਼ਰਤ ਦੇ ਵੀ ਸਿਰੇ ਹੀ ਲਾਏ ਹੁੰਦੇ ਆ। ਹਾਂਜੀ। ਅਹੰ ਬ੍ਰਹਮ ਨਿਸ਼ਚਲ ਬ੍ਰਿਤ ਅੰਤਰ। ਬਸ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਧਿਆਨ ਹੈ ਨਾ, ਉਹ ਸਦਾ ਵਾਹਿਗੁਰੂ ਵਿੱਚ ਜੁੜਿਆ ਰਹਿੰਦਾ ਜੀ। ਆਪ ਹੀ ਵਾਹਿਗੁਰੂ ਦਾ ਰੂਪ ਨੇ। ਹਾਂਜੀ। ਨਿਜ ਸਰੂਪ ਸੋ ਲਗੇ ਨਿਰੰਤਰ। ਆਪਣੇ ਨਿਜ ਸਰੂਪ ਦੇ ਨਾਲ ਸਦਾ ਹੀ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਜੀ, ਸਦਾ ਹੀ। ਬ੍ਰਹਮ ਗਿਆਨੀ ਜਿਹੜੇ ਪੁਰਸ਼ ਹੈ ਨਾ ਜੀ, ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਨਿਜ ਸਰੂਪ 'ਚ ਸਦਾ ਧਿਆਨ ਜੋੜ ਕੇ ਰੱਖਦੇ ਆ। ਹਾਂਜੀ। ਜਿਸ ਕੋ ਸੁਵੈ ਬੇਕਾਰ ਨਾ ਕੋਈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਜਿਹੜਾ ਬੰਦਾ ਨਿਜ ਸਰੂਪ 'ਚ ਪਹੁੰਚ ਜਾਵੇ ਨਾ, ਨਿਜ ਘਰ ਵਿੱਚ ਪਹੁੰਚ ਜਾਵੇ, ਹਿਰਦੇ ਰੂਪੀ ਘਰ 'ਚ ਪਹੁੰਚ ਜਾਵੇ, ਉਹਨੂੰ ਕੋਈ ਵਿਕਾਰ ਨਹੀਂ ਛਾਉਂਦਾ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਇਹ ਸਾਡੇ ਮਨ 'ਤੇ ਅਸਰ ਕਰਦੇ ਜੀ। ਤੇ ਜਦੋਂ ਮਨ 'ਤੇ ਅਸਰ ਕਰਦੇ ਫਿਰ ਬੰਦਾ ਵੀ ਉਹ ਕੰਮ ਕਰਨ ਲੱਗ ਪੈਂਦਾ ਜੀ। ਅੰਦਰ ਤੇ ਰੱਬ ਦਾ ਆਸਣ ਹੈ, ਉੱਥੇ ਨਹੀਂ ਕੋਈ ਵਿਕਾਰ ਪਹੁੰਚਦਾ ਜੀ। ਹਾਂਜੀ। ਪਹੁੰਚੈ ਮਨ ਬਾਣੀ ਨਹਿ ਦੋਈ। ਨਾ ਉੱਥੇ ਮਨ ਨਹੀਂ ਪਹੁੰਚਦਾ ਤੇ ਨਾਮ ਆਮ ਗੱਲਾਂ ਪਹੁੰਚਦੀਆਂ ਜੀ ਉੱਥੇ, ਜਿੱਥੇ ਵਾਹਿਗੁਰੂ ਦਾ ਆਸਣ ਹੈ ਜੀ। ਜਦੋਂ ਬੰਦਾ ਭਗਤੀ ਕਰਨ ਲੱਗ ਪੈਂਦਾ ਨਾ, ਫਿਰ ਪਤਾ ਲੱਗਦਾ ਮਨ ਹੋਰ ਹੈ ਤੇ ਹਿਰਦਾ ਹੋਰ ਹੈਗਾ ਜੀ। ਹਾਂਜੀ। ਸ਼ਾਸਤਰਨ ਸੋ ਨਾ ਬਿਨਾਸੇ ਹੋ ਜਾਏ। ਉਹ ਕੀ ਹੈ? ਉਹ ਆਤਮਾ ਰੂਪ ਹੈ ਜੀ, ਆਤਮਾ ਰੂਪ। ਮਹਾਰਾਜ ਸਦਾ ਆਤਮਕ ਰੂਪ 'ਚ ਟਿਕੇ ਰਹਿੰਦੇ ਆ। ਜਿਹੜਾ ਆਤਮਕ ਰੂਪ, ਬ੍ਰਹਮ ਰੂਪ ਹਥਿਆਰਾਂ ਦੇ ਨਾਲ ਕੱਟਿਆ ਨਹੀਂ ਜਾ ਸਕਦਾ ਜੀ। ਹਾਂਜੀ। ਅਗਨ ਨਾ ਜਰਹਿ ਨਾ ਪਾਉਨ ਉਡਾਏ। ਜਿਸ ਆਤਮਾ ਨੂੰ ਨਾ ਅੱਗ ਹੀ ਸਾੜ ਸਕਦੀ ਤੇ ਨਾ ਹਵਾ ਡਾ ਸਕਦੀ ਹੈ ਜੀ। ਸਰੀਰ ਨੂੰ ਅੱਗ ਸਾੜ ਵੀ ਦਿੰਦੀ ਤੇ ਹਵਾ ਡਾ ਵੀ ਦਿੰਦੀ ਜੇ, ਪਰ ਆਤਮਾ ਨੂੰ ਨਹੀਂ ਇਸ ਤਰ੍ਹਾਂ ਹੋ ਸਕਦਾ। ਮਹਾਰਾਜ ਉਸ ਆਤਮਕ ਰੂਪ ਦੇ ਵਿੱਚ ਨਾ ਸਾਧ ਸੰਗਤ ਜੀ ਸਦਾ ਹੀ ਜੁੜੇ ਰਹਿੰਦੇ ਆ, ਸਦਾ ਹੀ ਜੁੜੇ ਰਹਿੰਦੇ ਆ। ਜਲ ਨਹਿ ਡੂਬਹਿ ਨਭ ਨਾ ਬਿਲਾਏ। ਜਿਹਨੂੰ ਨਾ ਆਤਮਕ ਰੂਪ ਨੂੰ ਸਾਧ ਸੰਗਤ ਜੀ ਪਾਣੀ ਡੋਬ ਸਕਦਾ ਤੇ ਨਾ ਆਕਾਸ਼ ਦੀ ਦੂਰੀ ਦਾ ਹੀ ਕੋਈ ਅਸਰ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਆਤਮਕ ਰੂਪ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ ਜੀ। ਜਦੋਂ ਪਹਿਲਾਂ ਆਪਾਂ ਨਾਮ ਜਪਦੇ ਆ ਨਾ, ਮਨ ਬੰਦੇ ਦਾ ਪੇਸ਼ ਨਹੀਂ 'ਚ ਜਾਣ ਦਿੰਦਾ।
ਮਨ ਬੜੇ ਪੰਗੇ ਲੈਂਦਾ ਜੇ, ਮਨ ਜਪਣ ਨਹੀਂ ਦਿੰਦਾ। ਚੌਂਕੜੀ ਮਾਰੀ ਹੋਏਗੀ, ਮਨ ਕਹੇਗਾ ਉੱਠ ਖਲੋ ਛੱਡ ਪਰਾਂ। ਤੇ ਮੈਨੂੰ ਕੱਲ੍ਹ ਇੱਕ ਗੁਰਮੁਖ ਨੇ ਗੱਲ ਸੁਣਾਈ, ਕਹਿੰਦਾ ਮੇਰਾ ਹਾਲ ਸੁਣ ਲਓ। ਮੈਂ ਕਿਹਾ ਜੀ ਦੱਸੋ। ਕਹਿੰਦਾ ਜੀ ਗੁਟਕਾ ਸਾਹਿਬ ਫੜਿਆ ਹੁੰਦਾ ਜੀ ਤੇ ਨਿਤਨੇਮ ਕਰ ਰਿਹਾ ਹੁੰਨਾ, ਤੇ ਮਨ ਮੇਰਾ ਕਹਿੰਦਾ ਵੀ ਛੇਤੀ ਛੇਤੀ ਵੇਖ WhatsApp ਤੇ ਕਿਹੜੇ ਮੈਸੇਜ ਆਏ ਆ। ਕਹਿੰਦੇ ਪਾਠ ਕਰਦਿਆਂ ਕਰਦਿਆਂ ਮੈਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਮੋਬਾਈਲ ਖੁੱਲ੍ਹ ਜਾਂਦਾ ਤੇ ਕਿਹੜੇ ਵੇਲੇ ਮੈਂ ਮੈਸੇਜ ਚੈੱਕ ਕਰਨ ਲੱਗ ਪੈਂਦਾ ਜੀ। ਤੇ ਸ਼ਰਾਰਤਾਂ ਕਿਹਦੀਆਂ ਜੀ? ਮਨ ਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਪਤਾ ਹੀ ਨਹੀਂ ਲੱਗਦਾ ਜੀ। ਮੈਂ ਸ਼ਾਬਾਸ਼ ਏ ਤੁਹਾਡੇ, ਪਤਾ ਹੀ ਨਹੀਂ ਲੱਗਦਾ। ਮੈਂ ਉਹਦਾ ਕਾਰਨ ਇਹ ਹੈ 15-16 ਘੰਟੇ ਤੇ ਮੋਬਾਈਲ ਫੜ ਕੇ ਵੇਖਦੇ ਰਹਿੰਦੇ ਜੇ, ਤੇ ਪਾਠ ਕਰਦਿਆਂ ਵੀ ਤੇ ਧਿਆਨ ਉੱਧਰ ਹੀ ਜਾਣਾ ਨਾ ਜੀ। ਫਿਰ ਤੇ ਸਾਧ ਸੰਗਤ ਜੀ ਮਨ ਖਰਾਬੀ ਕਰਦਾ ਪਹਿਲਾਂ, ਹੌਲੀ ਹੌਲੀ ਨਾਮ ਜਪਦਿਆਂ ਜਪਦਿਆਂ ਮਨ ਟਿਕਣ ਲੱਗ ਪੈਂਦਾ। ਇਹੋ ਜਿਹੀ ਗੱਲ ਨਹੀਂ ਵੀ ਇਹ ਟਿਕਦਾ ਨਹੀਂ ਜੀ। ਬੰਦਾ ਸਾਧਨ ਵਰਤੇ, ਹੌਲੀ ਹੌਲੀ ਮਨ ਟਿਕਣ ਲੱਗ ਪੈਂਦਾ ਜੀ। ਤੇ ਹੌਲੀ ਹੌਲੀ ਜਦੋਂ ਮਨ ਟਿਕਣ ਲੱਗ ਪੈਂਦਾ ਨਾ ਜੀ, ਫਿਰ ਬੰਦਾ ਅੰਦਰ ਪਹੁੰਚਣ ਲੱਗ ਪੈਂਦਾ ਜੀ। ਅੰਦਰ ਪਹੁੰਚਦਾ ਜੀ, ਮਨ ਤੋਂ ਵੀ ਅੰਦਰ ਹੈਗਾ ਜੀ। ਇਸੇ ਕਰਕੇ ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਿਹਨਤ ਕਰਨੀ ਪਏਗੀ। ਜੋ ਪੂਰੇ ਬ੍ਰਹਮਾਂਡ ਵਿੱਚ ਹੈ ਨਾ, ਮਹਾਰਾਜ ਕਹਿੰਦੇ ਉਹ ਪਿੰਡੇ ਸਰੀਰ ਵਿੱਚ ਵੀ ਉਹ ਹੀ ਹੈ। ਉਹ ਫਿਰ ਸਹਿਜੇ ਸਹਿਜੇ ਆਤਮਿਕ ਪੱਧਰ ਤੇ ਬੰਦਾ ਪਹੁੰਚ ਜਾਂਦਾ। 5 ਕੋਸ਼ ਨੇ, ਅੰਦਰ ਆਤਮਾ ਹੈ। ਬੰਦਾ ਉਹਨਾਂ ਕੋਸ਼ਾਂ ਨੂੰ ਵਿੰਨਦਾ ਹੋਇਆ ਅੱਗੇ ਲੰਘ ਜਾਂਦਾ ਜੀ। ਸੁਰਤ ਜਾਂਦੀ ਅੰਦਰ ਜੀ। ਹਾਂਜੀ। ਜਿਸ ਕੋ ਕਾਲ ਸਕਹਿ ਨਹਿ ਖਾਏ, ਉਹਨੂੰ ਕਾਲ ਨਹੀਂ ਖਾ ਸਕਦਾ। ਆਤਮਾ ਨੂੰ ਮੌਤ ਨਹੀਂ ਮਾਰ ਸਕਦੀ। ਮੌਤ ਹੁੰਦੀ ਹੈ, ਸਰੀਰ ਦੀ ਹੁੰਦੀ ਹੈ। ਹਾਂਜੀ। ਜਿਮ ਰਜੂ ਇਹ ਕੀ ਆਧਾਰ, ਹਾਂਜੀ। ਤਿਮ ਪਰਪੰਚ ਇਹੋ ਤਿਸਹਿ ਮਝਾਰ। ਜਿਵੇਂ ਰਜੋ ਗੁਣ ਸਾਧ ਸੰਗਤ ਜੀ ਹੰਕਾਰ ਦਾ ਆਧਾਰ ਹੈਗਾ, ਤੇ ਵਾਹਿਗੁਰੂ ਰਜੋ ਗੁਣ ਨੂੰ ਹੰਕਾਰ ਦਾ ਹੀ ਆਧਾਰ ਹੈ, ਤੇ ਸਾਰਾ ਪਰਪੰਚ ਹੈ ਝੂਠਾ ਹੈ ਉਸੇ ਤਰ੍ਹਾਂ। ਹਾਂਜੀ। ਸੂਰਜ ਆਦ ਜੋਤ ਕੀ ਜੋਤ, ਜਿਸ ਅਲੰਬ ਕਰ ਸਕਲ ਉਦੋਤ। ਕਹਿਣ ਲੱਗੇ ਸੂਰਜ ਦੀ ਜੋਤ ਹੈ, ਉਹਨੂੰ ਆਸਰਾ ਕਿਹਦਾ ਹੈ? ਉਹਨੂੰ ਆਸਰਾ ਤੇ ਸੂਰਜ ਦਾ ਹੀ ਹੈ ਨਾ। ਸੂਰਜ ਦੀ ਲਾਈਟ ਨੂੰ ਆਸਰਾ ਸੂਰਜ ਦਾ ਹੈ। ਇਸੇ ਤਰ੍ਹਾਂ ਬੰਦੇ ਦੀ ਆਤਮਾ ਨੂੰ ਆਸਰਾ ਪਰਮਾਤਮਾ ਦਾ ਹੈ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨਾ ਸਦਾ ਧਿਆਨ ਵਾਹਿਗੁਰੂ ਦੇ ਵਿੱਚ ਰੱਖਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਦੇ ਵਿੱਚ ਰੱਖਦੇ ਜੀ। ਤੇ ਇੱਕ ਦਿਨ ਸਿੱਖ ਮਹਾਰਾਜ ਨੂੰ ਪੁੱਛਦੇ ਆ, ਸੱਚੇ ਪਾਤਸ਼ਾਹ ਤੁਸੀਂ ਤੇ ਮਹਾਰਾਜ ਕੁਝ ਪ੍ਰਗਟ ਹੀ ਨਹੀਂ ਹੋਣ ਦਿੰਦੇ, ਕਿਹੜੇ ਵੇਲੇ ਨਾਮ ਜਪਦੇ, ਕਿਹੜੇ ਵੇਲੇ ਉੱਠਦੇ। ਤੇ ਮਹਾਰਾਜ ਫਿਰ ਸਿੱਖਾਂ ਨੂੰ ਕਹਿਣ ਲੱਗੇ, ਹਾਂਜੀ, ਕਰਨੋ ਸਿਮਰਨ ਸ਼੍ਰੀ ਸਤਨਾਮ। ਮਹਾਰਾਜ ਕਹਿੰਦੇ ਸਿੱਖੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਤਮਿਕ ਪੱਧਰ ਤੇ ਜਾਣ ਦਾ ਯਤਨ ਕਰੋ। ਨਾਲ ਨਾਲ ਇੱਕ ਨਿਸ਼ਚਾ ਰੱਖੋ, ਇੱਕ ਟੀਚਾ ਰੱਖੋ ਵੀ ਮੈਂ ਨਾਮ ਜਪਣਾ, ਗੁਰੂ ਦੀ ਖੁਸ਼ੀ ਲੈਣੀ ਹੈ, ਆਤਮਿਕ ਅਵਸਥਾ ਪ੍ਰਾਪਤ ਕਰਨੀ ਹੈ। ਅੱਗੋਂ ਗੁਰੂ ਸਾਹਿਬ ਮਿਹਰ ਕਰਦੇ ਆ। ਹਾਂਜੀ। ਉਪਦੇਸ਼ਤ ਜਗ ਕੋ ਬਸ ਧਾਮ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਘਰ ਰਹਿ ਕੇ ਹੀ ਨਾ ਜਗਤ ਦੇ ਜੀਵਾਂ ਨੂੰ ਨਾਮ ਨਾਲ ਜੋੜਦੇ। ਗੁਰੂ ਅੰਗਦ ਦੇਵ ਸਾਹਿਬ ਵੇਖੋ, 2 ਸਮੇਂ, ਇੱਕ ਬੰਨੇ ਗੁਰੂ ਅਮਰਦਾਸ ਸਾਹਿਬ ਜੋੜਨ ਦੇ ਆ ਸਿੱਖ ਬਣ ਕੇ ਨਾਮ ਨਾਲ, ਦੂਜੇ ਬੰਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਨਾਮ ਨਾਲ ਜੋੜ ਰਹੇ ਸੰਗਤਾਂ ਨੂੰ। ਹਾਂਜੀ। ਸਤ ਸੰਗਤ ਸੇਵਨ ਸਿਖਰਾਵੈ। ਮਹਾਰਾਜ ਸਿੱਖਾਂ ਨੂੰ ਸਿਖਾਉਂਦੇ ਆ ਕਿਵੇਂ ਸੰਗਤ ਦੀ ਸੇਵਾ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਿਨਾਂ ਸਿੱਖਿਆ ਨਹੀਂ ਚ ਹੁੰਦਾ। ਮਾਫ ਕਰਿਓ, ਬਿਨਾਂ ਸਿੱਖਿਆ ਤੇ ਸੰਗਤ ਨੂੰ ਬੋਲਣਾ ਕਿਵੇਂ, ਗੱਲਬਾਤ ਕਰਨੀ, ਇਹ ਵੀ ਨਹੀਂ ਆਉਂਦੀ। ਹੁਣ ਸੰਗਤ ਵੀ ਬੰਦਾ ਕਰੀ ਜਾਵੇ, ਹੋਰ ਗੱਲਾਂ ਵੀ ਕਰੀ ਜਾਵੇ, ਕਿਆ ਫਾਇਦਾ ਜੀ ਉਹਦਾ ਜੀ। ਮਹਾਰਾਜ ਸੰਗਤ ਦੀ ਸੇਵਾ ਕਰਨੀ ਸਿਖਾਉਂਦੇ ਸਿੱਖਾਂ ਨੂੰ।
ਹਾਂਜੀ। ਭਾਉ ਭਗਤ ਕੀ ਰੀਤ ਚਲਾਵੈ। ਤੇ ਪ੍ਰੇਮਾ ਭਗਤੀ ਦੀ ਰੀਤ ਚਲਾਉਂਦੇ, ਪ੍ਰੇਮਾ ਭਗਤੀ ਦੀ, ਕਿਵੇਂ ਵਾਹਿਗੁਰੂ ਦੇ ਨਾਲ ਪ੍ਰੇਮ ਪਾਉਣਾ, ਕਿਵੇਂ ਸੇਵਾ ਕਰਨੀ, ਸਿਮਰਨ ਕਰਨਾ, ਇਹ ਵਿਧੀ ਸੱਚੇ ਪਾਤਸ਼ਾਹ ਦੱਸਦੇ ਆ। ਹਾਂਜੀ। ਸ਼੍ਰੀ ਪਰਮੇਸ਼ਰ ਕੇ ਹਮ ਦਾਸ। ਤੇ ਬਾਕੀ ਸਾਰਿਆਂ ਨੂੰ ਪਤਾ ਕੀ ਕਹਿੰਦੇ ਆ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਪਿਆਰਿਓ, ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਸਮਝਣਾ, ਦਾਸ ਸਮਝਣਾ, ਨੌਕਰ ਸਮਝਣਾ ਆਪਣੇ ਆਪ ਨੂੰ। ਤੇ ਹੁਣ ਆਪਾਂ ਵੇਖ ਲਈਏ, ਸੱਚ ਆਪਣੇ ਮਨਾਂ 'ਚ ਪੁੱਛ ਕੇ ਵੇਖ ਲਿਓ, ਆਪਾਂ ਜਿੰਨੇ ਬੈਠੇ ਆ, ਕਿਸੇ ਨੇ ਅੱਜ ਤੱਕ ਵਾਹਿਗੁਰੂ ਨੂੰ ਆਖਿਆ, ਰੱਬ ਨੂੰ ਆਖਿਆ, ਮਹਾਰਾਜ ਅਸੀਂ ਤੁਹਾਡੇ ਦਾਸ ਹੈਗੇ ਆ, ਅਸੀਂ ਤੁਹਾਡੇ ਸੇਵਕ ਹੈਗੇ ਆ? ਕੋਈ ਨਹੀਂ ਕਹਿੰਦਾ। ਮਾਫ ਕਰਿਓ, ਇੰਨੀ ਨਿਮਰਤਾ ਦੇ ਵਿੱਚ ਜਾਂਦਾ ਹੀ ਕੋਈ ਨਹੀਂ ਜੀ, ਜਾਂਦਾ ਹੀ ਕੋਈ ਨਹੀਂ ਜੀ। ਮਹਾਰਾਜ ਕਹਿੰਦੇ ਆਖਿਆ ਕਰੋ ਵਾਹਿਗੁਰੂ ਨੂੰ, ਹੇ ਵਾਹਿਗੁਰੂ ਅਸੀਂ ਤੁਹਾਡੇ ਦਾਸ ਹਾਂ, ਸੇਵਕ ਹਾਂ। ਹਾਂਜੀ। ਨਿਰਹੰਕਾਰ ਅਲੋਭ ਨਿਰਾਸ। ਤੇ ਮਹਾਰਾਜ ਕਹਿੰਦੇ ਨਿਰਹੰਕਾਰ ਰਹਿਣਾ, ਹੰਕਾਰ ਨੂੰ ਨੇੜੇ ਨਹੀਂ ਆਉਣ ਦੇਣਾ, ਨਿਮਰਤਾ ਦੇ ਵਿੱਚ ਰਹਿਣਾ। ਪਰ ਹੰਕਾਰ ਬੜਾ ਢੀਠ ਹੈਗਾ ਜੀ, ਬੰਦੇ ਦੇ ਆ ਕੇ ਅੰਦਰ ਵੜ ਵੀ ਜਾਂਦਾ ਤੇ ਪਤਾ ਵੀ ਨਹੀਂ ਲੱਗਣ ਦਿੰਦਾ ਜੀ। ਨਿਰਹੰਕਾਰ ਰਹਿਣਾ, ਅਲੋਭ ਰਹਿਣਾ, ਲਾਲਚੀ ਨਹੀਂ ਬਣਨਾ, ਤੇ ਨਿਰਾਸ ਆਸ ਰਹਿਤ ਰਹਿਣਾ ਜੀ, ਆਸ ਰਹਿਤ। ਹਾਂਜੀ। ਪਰਮੇਸ਼ਰ ਭਾਣਾ ਸੁਭ ਭਾਵਨ। ਜੋ ਵਾਹਿਗੁਰੂ ਕਰ ਰਿਹਾ ਨਾ, ਮਹਾਰਾਜ ਕਹਿਣ ਲੱਗੇ ਪਿਆਰਿਓ, ਵਾਹਿਗੁਰੂ ਦੇ ਕੀਤੇ ਨੂੰ ਮਾੜਾ ਨਹੀਂ ਆਖਣਾ, ਗੱਜ ਕੇ ਆਖੋ ਵਾਹਿਗੁਰੂ। ਇਹ ਭਗਤੀ ਵੀ ਕਰਨੀ ਹੈ, ਪਰ ਭਗਤੀ ਕਰਦਿਆਂ ਕਰਦਿਆਂ ਉਹਦੇ ਭਾਣੇ ਨੂੰ ਚੰਗਾ ਮੰਨਣਾ, ਸ਼ੁਭ ਮੰਨਣਾ, ਸ਼ੁਭ ਵਧੀਆ ਸਮਝਣਾ। ਮਹਾਰਾਜ ਕਹਿੰਦੇ ਹਾਂਜੀ। ਕਾਇਆ ਤੇ ਹੰਤਾ ਸੋ ਉਠਾਵਨ। ਤੇ ਇੱਕ ਕੰਮ ਜ਼ਰੂਰ ਕਰੋ, ਮਹਾਰਾਜ ਕਹਿਣ ਲੱਗੇ, ਉਹ ਕਿਹੜਾ ਭਲਾ? ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਉਹ ਕੰਮ ਇਹ ਹੈ, ਇਹ ਗੱਲ ਪੱਕੀ ਰੱਖੋ ਵੀ ਮੈਂ ਇੱਕ ਦਿਨ ਸਰੀਰ ਤਿਆਗਣਾ ਹੈ, ਇੱਕ ਨਾ ਇੱਕ ਦਿਨ ਮੇਰੀ ਮੌਤ ਹੋਣੀ ਹੈ, ਇੱਕ ਨਾ ਇੱਕ ਦਿਨ ਇਹ ਸਰੀਰ ਛੱਡਣਾ ਪੈਣਾ। ਤੇ ਜਦੋਂ ਇੰਨੀ ਗੱਲ ਹੀ ਬੰਦਾ ਸੋਚ ਲੇ ਤੇ ਬੜੀ ਨਿਮਰਤਾ ਆ ਜਾਂਦੀ ਜੇ, ਬੜਾ ਹੰਕਾਰ ਦੂਰ ਹੋ ਜਾਂਦਾ। ਮਹਾਰਾਜ ਕਹਿੰਦੇ ਸਰੀਰ ਦਾ ਹੰਕਾਰ ਨਹੀਂ ਕਰਨਾ। ਹਾਂਜੀ। ਨਿਤ ਸੰਤਨ ਕੀ ਸੇਵਾ ਕਰਨੀ। ਹੁਣ ਨਾਲ ਨਾਲ ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣੋ ਤੇ ਨਾਲ ਨਾਲ ਵੇਖੋ ਵੀ ਆਪਾਂ ਕਰ ਰਹੇ ਕਿ ਨਹੀਂ ਕਰ ਰਹੇ ਜੀ। ਮਹਾਰਾਜ ਕਹਿੰਦੇ ਆ ਪਰਮੇਸ਼ਰ ਦਾ ਨਾਮ ਜਪਣਾ, ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਸਮਝਣਾ, ਉਹਦਾ ਭਾਣਾ ਮਿੱਠਾ ਮੰਨਣਾ, ਤੇ ਨਾਲ ਹਰ ਰੋਜ਼ ਸੰਤਾਂ ਦੀ ਸੇਵਾ ਕਰਨੀ ਹੈ। ਹੁਣ ਕਹੋਗੇ ਸੰਤ ਨਹੀਂ ਲੱਭਦੇ, ਤੇ ਚਲੋ ਸੰਤ ਨਹੀਂ ਲੱਭਦੇ, ਗੁਰੂ ਦੀ ਸੰਗਤ ਤਾਂ ਹੈਗੀ ਹੈ ਨਾ। ਚਾਦਰਾਂ ਝਾੜੋ, ਝਾੜੂ ਮਾਰੋ, ਭਾਂਡੇ ਮਾਂਜੋ, ਕਿੰਨੀ ਸੇਵਾ ਸੰਗਤ ਦੀ। ਹਾਂਜੀ। ਸਤ ਸੰਗਤ ਮਹਿ ਚਿਤ ਬ੍ਰਿਤ ਧਰਨੀ। ਸਤ ਸੰਗਤ ਵਿੱਚ ਬਿਰਤੀ ਧਾਰਨ ਕਰਕੇ ਰੱਖਣੀ, ਵੀ ਮੈਂ ਸੰਗਤ ਕਰਨੀ ਹੈ, ਮੈਂ ਗੁਰੂ ਦੀ ਸੰਗਤ ਤੋਂ ਵੱਖ ਨਹੀਂ ਹੋਣਾ। ਹਾਂਜੀ। ਆਪਾ ਨਹੀਂ ਜਨਾਵਨ ਕਰਨੋ। ਤੇ ਕਦੀ ਆਪਾ ਨਹੀਂ ਜਨਾਉਣਾ। ਮਹਾਰਾਜ ਕਹਿੰਦੇ ਆਪਾ ਕੀ ਹੁੰਦਾ ਜੀ, ਵੀ ਅਸੀਂ ਵੀ ਕੁਝ ਹੈਗੇ ਆ, ਗੱਜ ਕੇ ਆਖੋ ਵਾਹਿਗੁਰੂ। ਸਾਰਾ ਰੌਲਾ ਤੇ ਆਪੇ ਦਾ ਹੀ ਹੈਗਾ ਜੀ, ਆਪਾ ਬੰਦਾ ਛੱਡ ਹੀ ਨਹੀਂ ਸਕਦਾ ਆਪਣਾ ਜੀ। ਮਹਾਰਾਜ ਕਹਿੰਦੇ ਆਪਾ ਨਹੀਂ ਜਨਾਉਣਾ, ਹਉਮੈ ਨਹੀਂ ਕਰਨੀ। ਹਾਂਜੀ। ਦਾਸਨ ਦਾਸ ਦਾਸ ਨਿਜ ਬਰਨੋ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਜਿਹੜੀ ਪੜ੍ਹਾਈ ਗੁਰੂ ਅੰਗਦ ਦੇਵ ਮਹਾਰਾਜ ਪੜ੍ਹਾ ਰਹੇ ਹੈ ਨਾ, ਹੈ ਤੇ ਔਖੀ ਹੈ, ਪਰ ਚਲੋ ਜਿਹਦੇ ਤੇ ਮਹਾਰਾਜ ਮਿਹਰ ਕਰਦੇ। ਮਹਾਰਾਜ ਕਹਿੰਦੇ ਦਾਸਨ ਦਾਸ ਦਾਸ ਨਿਜ ਬਰਨੋ। ਪਤਾ ਆਪਣੇ ਆਪ ਨੂੰ ਕੀ ਸਮਝਣਾ। ਹੇ ਮਹਾਰਾਜ, ਜਿਹੜੇ ਤੁਹਾਡੇ ਸੇਵਕ ਹੈਗੇ ਨਾ, ਅੱਗੋਂ ਜਿਹੜੇ ਉਹਨਾਂ ਦੇ ਸੇਵਕ ਨੇ, ਮਹਾਰਾਜ ਮੈਂ ਅੱਗੋਂ ਉਹਨਾਂ ਦਾ ਸੇਵਕ ਹੈਗਾ ਜੀ। ਹਾਂਜੀ। ਜਿਹੜੇ ਮਹਾਰਾਜ ਤੁਹਾਡੇ ਸੇਵਕ ਨੇ, ਅੱਗੋਂ ਜਿਹੜੇ ਉਹਨਾਂ ਦੇ ਸੇਵਕ ਨੇ, ਤੇ ਮਹਾਰਾਜ ਮੈਂ ਅੱਗੋਂ ਉਹਨਾਂ ਦਾ ਸੇਵਕ ਹੈਗਾ। ਕਿੰਨਾ ਨੀਵਾਂਪਨ ਹੈਗਾ ਜੀ।
ਕਿੰਨੀ ਨਿਮਰਤਾ ਵਾਲੇ ਬਚਨ ਹੈਗੇ ਜੀ ਇਹ। ਹਾਂਜੀ ਪਰਮ ਪ੍ਰੇਮ ਪਰਮੇਸ਼ਰ ਮਾਹੀ। ਮਹਾਰਾਜ ਕਹਿੰਦੇ ਇਹ ਕੰਮ ਕਰਕੇ ਵੇਖੋ, ਇਹ ਕੰਮ ਕਰਕੇ ਵੇਖ ਲਓ, ਤੁਹਾਡੇ ਮਨ ਵਿੱਚ ਆਪੇ ਵਾਹਿਗੁਰੂ ਦਾ ਪਿਆਰ ਪੈਦਾ ਹੋ ਜਾਣਾ। ਕਹਿਣ ਲੱਗੇ ਆਪੇ ਪਿਆਰ ਪੈਦਾ ਹੋ ਜਾਣਾ। ਹੁਣ ਬੰਦਾ ਥੋੜੀ ਬਹੁਤੀ ਹਉਮੈ ਛੱਡਣ ਨੂੰ ਵੀ ਤਿਆਰ ਨਹੀਂ ਹੈਗਾ, ਤੇ ਫਿਰ ਰੱਬ ਦਾ ਕਿਵੇਂ ਪਿਆਰ ਪੈਦਾ ਹੋਏਗਾ ਜੀ। ਹਾਂਜੀ ਬੇਨਤੀ ਕਰਨ ਸੋ ਮੈਂ ਕੁਛ ਨਾਹੀ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅਰਦਾਸ ਕਰਿਆ ਕਰੋ, ਹੇ ਸੱਚੇ ਪਾਤਸ਼ਾਹ ਮੈਂ ਕੁਝ ਵੀ ਨਹੀਂ ਹੈਗਾ। ਤੇ ਆਪਾਂ ਕਹਿੰਦੇ ਮੈਂ ਗਿਆਨੀ, ਮੈਂ ਧਿਆਨੀ, ਮੈਂ ਫਲਾਣਾ, ਮੈਂ ਟਮਕਾਣਾ, ਤੇ ਕਿਵੇਂ ਗੱਲ ਬਣੇਗੀ। ਮਹਾਰਾਜ ਕਹਿੰਦੇ ਬੇਨਤੀ ਕਰਨ ਸੋ ਮੈਂ ਕੁਛ ਨਾਹੀ। ਬੇਨਤੀ ਕਰਿਆ ਕਰੋ, ਹੇ ਵਾਹਿਗੁਰੂ ਮੈਂ ਕੁਝ ਵੀ ਨਹੀਂ ਹੈਗਾ। ਬਾਬਾ ਫਰੀਦ ਸਾਹਿਬ ਨੇ ਕਿਹਾ ਨਾ, ਵਾਹਿਗੁਰੂ ਬਾਬਾ ਕਬੀਰ ਜੀ ਨੇ ਵੀ ਆਖਿਆ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਗੱਜ ਕੇ ਮੇਰਾ ਮੁਝ ਮੈਂ ਕਿਛ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ। ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਕਹੋ ਸਾਰੇ ਐ ਮਨ ਚ ਨਿਮਰਤਾ ਵਸਾ ਕੇ ਨਾ ਮਹਾਰਾਜ ਨੂੰ ਬੇਨਤੀ ਕਰੋ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਬੇਨਤੀ ਕਰਨ ਸੋ ਮੈਂ ਕੁਛ ਨਾਹੀ। ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਬੇਨਤੀ ਕਰਿਆ ਕਰੋ, ਹੇ ਵਾਹਿਗੁਰੂ ਮੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈਗਾ। ਭਗਤਾਂ ਨੇ ਕੀਤੀ ਜੀ। ਹਾਂਜੀ ਕਰਨ ਕਰਾਵਨ ਕੋ ਇੱਕ ਦਾਤਾ। ਤੇ ਕਰਨ ਕਰਾਉਣ ਵਾਲਾ ਕੌਣ ਹੈ? ਮਹਾਰਾਜ ਕਹਿੰਦੇ ਉਹ ਵਾਹਿਗੁਰੂ ਨੂੰ ਸਮਝਣਾ। ਲਓ ਸੰਗਤ ਜੀ, ਇਹ ਜਿਹੜੇ ਬਚਨ ਤੁਸੀਂ ਸੁਣ ਰਹੇ ਹੋ ਨਾ, ਇਹਨਾਂ ਵਿੱਚੋਂ ਇੱਕ ਵੀ ਬੰਦਾ ਧਾਰਨ ਕਰ ਲੇ ਤੇ ਬੜੀ ਕਿਰਪਾ ਹੋ ਜਾਂਦੀ ਬੰਦੇ ਉੱਤੇ ਜੀ। ਜਦੋਂ ਇਹੋ ਹੀ ਬੰਦਾ ਕਹਿਣ ਲੱਗ ਪਿਆ ਵੀ ਮੇਰਾ ਕੁਝ ਹੈ ਹੀ ਨਹੀਂ, ਤੇ ਪਿਆਰਿਓ ਨਿਮਰਤਾ ਤੇ ਫਿਰ ਆਪੇ ਹੀ ਆ ਗਈ ਜੀ। ਇੱਕ ਇੱਕ ਬਚਨ ਬੜਾ ਕੀਮਤੀ। ਮਹਾਰਾਜ ਕਹਿੰਦੇ ਕਰਨ ਕਰਾਉਣ ਵਾਲਾ ਵਾਹਿਗੁਰੂ, ਉਹਨੂੰ ਸਮਝਣਾ। ਹਾਂਜੀ ਪੂਰਨ ਸਰਬ ਠੌਰ ਸੋ ਜਾਤਾ। ਬਾਕੀ ਫਿਰ ਇਹ ਨਹੀਂ ਵੀ ਵਾਹਿਗੁਰੂ ਕੱਲਾ ਗੁਰਦੁਆਰਾ ਹੀ ਹੈ, ਸਾਰੀਆਂ ਥਾਵਾਂ ਤੇ ਰਮਿਆ ਹੋਇਆ ਜਾਣਨਾ ਜੀ। ਹਾਂਜੀ ਸ਼ਬਦ ਗੁਰੂ ਕੇ ਗਾਵਨ ਕਰਨੇ। ਤੇ ਬਾਕੀ ਕੀ ਕਰਨਾ? ਮਹਾਰਾਜ ਕਹਿੰਦੇ ਪਿਆਰੇ ਸਿੱਖੋ ਗੁਰੂ ਦੇ ਸ਼ਬਦ ਗਾਇਆ ਕਰੋ। ਹੁਣੇ ਆਪਾਂ ਗਾ ਰਹੇ ਸਨ, ਜੋ ਕਿਛ ਹੈ ਸੋ ਤੇਰਾ, 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 ਕਿਛ ਹੈ ਸੋ ਤੇਰਾ, ਗੱਜ ਕੇ ਸ਼ਬਦ ਗਾਇਆ ਕਰੋ, ਬਾਣੀ ਗਾਇਆ ਕਰੋ। ਮਹਾਰਾਜ ਕਹਿੰਦੇ ਹਾਂਜੀ ਕਿਦੋਂ ਸ਼ਬਦ ਧੁਨ ਸਰੋਨਨ ਧਰਨੇ। ਤੇ ਜੇ ਨਹੀਂ ਗਾਇਆ ਜਾਂਦਾ, ਕੀਰਤਨ ਨਹੀਂ ਕੀਤਾ ਜਾਂਦਾ, ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕੀਰਤਨ ਸੁਣ ਲਿਆ ਕਰੋ। ਕਹਿਣ ਲੱਗੇ ਸ਼ਬਦ ਸੁਣ ਲਿਆ ਕਰੋ। ਕਹਿਣ ਲੱਗੇ ਹੁਣ ਇਹ ਤੇ ਕੰਮ ਕਰ ਸਕਦੇ ਨਾ ਆਪਾਂ। ਹਾਂਜੀ ਨਿਸ ਦਿਨ ਸਿਮਰਹੁ ਸ੍ਰੀ ਸਤਨਾਮ। ਤੇ ਬਾਕੀ ਦਿਨ ਰਾਤ ਕੋਸ਼ਿਸ਼ ਕਰੋ। ਮਹਾਰਾਜ ਕਹਿੰਦੇ ਜਪੋ ਜਪੋ, ਵਾਹਿਗੁਰੂ ਦਾ ਨਾਮ ਜਪੋ। ਮਨ ਹਰ ਕੀਰਤ ਕਰ ਸਦਹੂ, ਸਦਾ ਹੀ ਜਪੋ। ਮਹਾਰਾਜ ਕਹਿੰਦੇ ਹਾਂਜੀ ਦੋਹੇ ਲੋਕਨ ਕੇ ਪੂਰਤ ਕਾਮ। ਸੰਗਤ ਜੀ ਕੰਮ ਤੇ ਬੜਾ ਸੌਖਾ ਹੈਗਾ, ਪਰ ਮੈਨੂੰ ਮਾਫ ਕਰਿਓ ਹੁੰਦਾ ਹੀ ਨਹੀਂ ਸਾਡੇ ਕੋਲੋਂ। ਮਹਾਰਾਜ ਕਹਿੰਦੇ ਜਪੋ ਨਾਮ,
ਇਸ ਲੋਕ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਅਧੂਰਾ ਰਹਿ ਜਾਏਗਾ ਜੀ। ਜਨ ਕੇ ਪੂਰਨ ਹੋਏ ਹੈ ਕਾਮ, ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ, ਤੇ ਪਰਲੋਕ ਦੇ ਕੰਮ ਵੀ ਪੂਰੇ ਹੋ ਜਾਣਗੇ ਜੀ। ਤੇ ਮਾਫ ਕਰਿਓ, ਇੱਥੇ ਬੰਦਾ ਇੱਕੋ ਗੱਲ ਦੀ ਰੱਟ ਲਾਈ ਰੱਖਦਾ ਜੀ, ਮੈਂ ਜਿਹੜਾ ਕੰਮ ਸ਼ੁਰੂ ਕਰਦਾ ਪੂਰਾ ਹੀ ਨਹੀਂ ਚੜ੍ਹਦਾ, ਸਿਰੇ ਹੀ ਨਹੀਂ ਚੜ੍ਹਦਾ ਜੀ। ਕਿਉਂ ਨਾ ਸਿਰੇ ਚੜੂ? ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਜਪ ਨਾਮ ਸਭ ਕੰਮ ਪੂਰੇ ਹੋਣਗੇ। ਹਾਂਜੀ, ਇਸ ਬਿਦ ਆਪਨੋ ਆਪ ਛਪਾਏ। ਤੇ ਬਾਕੀ ਇੱਕ ਗੱਲ ਹੋਰ ਕਹੀ ਚ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਪਿਆਰਿਆ, ਨਾਮ ਤੇ ਜਪਣਾ, ਪਰ ਚੇਤਾ ਰੱਖੀ ਆਪਣੇ ਆਪ ਨੂੰ ਲੁਕਾ ਕੇ ਰੱਖੀ। ਲੋਕਾਂ ਨੂੰ ਨਾ ਪਤਾ ਲੱਗ ਜੇ ਵੀ ਤੂੰ ਬੜਾ ਨਾਮ ਜਪਦਾ ਹੈ। ਇਹਦੇ ਨਾਲ ਕੀ ਹੁੰਦਾ ਜੀ? ਇਹਦੇ ਨਾਲ ਹਉਮੈ ਵੱਧਦੀ ਬੰਦੇ ਜੀ ਦੀ। ਹਾਂਜੀ, ਨਹਿ ਕੈਸੇ ਜਗ ਮਹਿ ਬਿਦਤਾਏ। ਜਗਤ 'ਚ ਨਹੀਂ ਪ੍ਰਗਟ ਹੋਣਾ, ਮਹਾਰਾਜ ਕਹਿੰਦੇ ਜਗਤ 'ਚ ਪ੍ਰਗਟ ਨਹੀਂ ਹੋਣਾ। ਤੇ ਸਾਡਾ ਸਾਰਾ ਜ਼ੋਰ ਲੱਗਾ ਪਿਆ ਲੋਕ ਸਾਨੂੰ ਜਾਣਨ, ਲੋਕ ਕਹਿਣ ਫਲਾਣਾ ਬੜਾ ਨਾਮ ਜਪਦਾ। ਮਹਾਰਾਜ ਕਹਿੰਦੇ ਨਹੀਂ, ਗੁਪਤ ਰਹਿਣਾ। ਸੰਗਤ ਜੀ ਸਿੱਧੀ ਜੀ ਗੱਲ ਹੈ, ਬੜੀ ਵਾਰੀ ਤੁਸੀਂ ਇੱਕ ਪ੍ਰਮਾਣ ਸੁਣਿਆ ਹੋਏਗਾ, ਜਿਹੜਾ ਦਾਣਾ ਧਰਤੀ ਦੇ ਹੇਠਾਂ ਰਹਿ ਜੇ ਨਾ ਜੀ, ਉਹ ਉੱਗ ਪੈਂਦਾ ਜੀ। ਜਿਹੜਾ ਉੱਤੇ ਰਹਿ ਜੇ ਉਹਨੂੰ ਚਿੜੀਆਂ ਕਾਂ ਚੁੱਗ ਕੇ ਲੈ ਜਾਂਦੇ ਜੀ। ਜਿਹੜਾ ਗੁਪਤ ਨਾਮ ਜਪੋਗੇ ਨਾ ਪਿਆਰਿਓ, ਤੇ ਬੜਾ ਫਲੀਭੂਤ ਹੋਏਗਾ ਜੀ। ਤੇ ਜਿਹੜਾ ਲੋਕਾਂ ਦੀਆਂ ਅੱਖਾਂ 'ਚ ਆ ਗਿਆ, ਉਹ ਉਹਨਾਂ ਕੀ ਰਹਿ ਗਿਆ ਜੀ ਫਿਰ। ਹਾਂਜੀ, ਜੋ ਨਰ ਅਤ ਪ੍ਰੇਮੀ ਸਿੱਖ ਆਹੇ, ਕਹਿਨ ਸੁਨਨ ਸ੍ਰੀ ਮੁਖ ਕਰ ਤਾਹੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਸਿੱਖ ਬੜਾ ਪ੍ਰੇਮੀ ਹੈ ਗੁਰੂ ਸਾਹਿਬ ਦਾ, ਉਹਦੇ ਨਾਲ ਹੀ ਗੱਲਬਾਤ ਕਰਨੀ ਹੈ। ਇਹ ਨਹੀਂ ਹਾਰੀ ਸਾਰੀ ਨਾਲ ਹੀ ਗੱਲਾਂ ਦਾ ਟੋਕਰਾ ਖੋਲ ਲਓ ਜੀ। ਨਹੀਂ, ਉਹ ਤੇ ਬੋਲਤ ਬੋਲਤ ਬੜੇ ਬਿਕਾਰਾ, ਉਹ ਤੇ ਵਕਾਰ ਹੀ ਹੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਪ੍ਰੇਮੀ ਹੈ ਨਾ, ਪ੍ਰੇਮੀ ਸਿੱਖ ਨਾਲ ਗੱਲਬਾਤ ਕਰਨੀ ਹੈ। ਹਾਂਜੀ, ਲక్ష్ਮੀ ਨਿਤ ਸੇਵਤ ਦਰਬਾਰ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਮਹਾਰਾਜ ਆਪ ਵੀ ਇਸ ਤਰ੍ਹਾਂ ਹੀ ਕਰਦੇ ਹੈ। ਜਿਹੜਾ ਬੜਾ ਪ੍ਰੇਮੀ ਵਾਹਿਗੁਰੂ ਦਾ, ਮਹਾਰਾਜ ਉਹਦੇ ਨਾਲ ਬਚਨ ਬਲਾਸ ਖੁੱਲ੍ਹ ਕੇ ਕਰਦੇ ਹੈ। ਹਾਂਜੀ, ਆਪਣੇ ਆਪ ਨੂੰ ਛੁਪਾ ਕੇ ਰੱਖਦੇ ਆ, ਜਗਤ ਵਿੱਚ ਪ੍ਰਗਟ ਨਹੀਂ ਹੁੰਦੇ। ਗੁਰੂ ਦੇ ਸ਼ਬਦ ਗਾਉਂਦੇ ਵੀ ਹੈ ਤੇ ਸੁਣਦੇ ਵੀ ਹੈ ਜੀ। ਤੇ ਲక్ష్ਮੀ ਮਾਇਆ, ਮਾਇਆ ਤੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਸਦਾ ਹੀ ਖਲੋਤੀ ਰਹਿੰਦੀ ਹੈ। ਬਾਣੀ ਹੈ, ਸ਼੍ਰੀ ਨਾਥਾਂ ਕੇ ਨਾਥ ਮਾਇਆ ਚਰਨ ਧਿਆਵਹੀ। ਹਾਂਜੀ, ਸਿੱਧਾ ਪਦ ਅਰਬਿੰਦ ਜਹਾਰ। ਤੇ ਸਿੱਧੀਆਂ ਤੇ ਰਿੱਧੀਆਂ ਉਹ ਤੇ ਸਦਾ ਹੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਖਲੋਤੀਆਂ ਰਹਿੰਦੀਆਂ। ਗੱਜ ਕੇ ਆਖੋ ਵਾਹਿਗੁਰੂ। ਰਿੱਧੀਆਂ ਸਿੱਧੀਆਂ ਇੱਥੇ ਵੀ ਖਲੋਤੀਆਂ 'ਚ, ਮਾਇਆ ਇੱਥੇ ਵੀ ਖਲੋਤੀ ਹੈ, ਬਸ ਭਾਵਨਾ ਰੱਖੋ। ਹਾਂਜੀ, ਨੌ ਨਿਦਾਂ ਕਰ ਜੋਰ ਖਰੀ ਹੈ। ਨੌ ਨਿਧੀਆਂ ਸਦਾ ਹੀ ਗੁਰੂ ਦੇ ਦਰਬਾਰ ਦੇ ਵਿੱਚ ਹੱਥ ਜੋੜ ਕੇ ਖਲੋਤੀਆਂ ਹੋਈਆਂ। ਹਾਂਜੀ, ਗੁਰ ਆਇਸ ਅਨੁਸਾਰ ਧਰੀ ਹੈ। ਤੇ ਮਹਾਰਾਜ ਗਰੀਬ ਨਵਾਜ ਜੀ ਦੀ ਆਗਿਆ 'ਚ ਖਲੋਤੀਆਂ ਜੀ। ਆਗਿਆ ਦੇ ਵਿੱਚ ਜਿੱਧਰ ਕਹਿਣਗੇ ਉਧਰ ਜਾਣਗੀਆਂ। ਨਿਧੀਆਂ ਕੀ ਹੁੰਦੀਆਂ ਭਲਾ? ਖਜ਼ਾਨੇ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ, ਇਹ ਨਿਧੀਆਂ ਨੇ ਸਾਰੀਆਂ ਜੀ। ਹਾਂਜੀ, ਅਪਰ ਜੇ ਸ਼ਕਤਾ ਅਨਕ ਪ੍ਰਕਾਰ। ਹੋਰ ਜਿੰਨੀਆਂ ਵੀ ਸ਼ਕਤੀਆਂ ਨੇ ਨਾ, ਹਾਂਜੀ, ਚਾਹੋ ਦੇਸ਼ ਗੁਰ ਕੈ ਨਿਤ ਪਰਵਾਰ। ਉਹ ਸਦਾ ਹੀ ਗੁਰੂ ਅੰਗਦ ਦੇਵ ਜੀ ਦੇ ਆਲੇ ਦੁਆਲੇ ਰਹਿੰਦੀਆਂ ਜੀ, ਆਲੇ ਦੁਆਲੇ ਜੀ। ਹਾਂਜੀ, ਅੰਗੀਕਾਰ ਨ ਤਿਸ ਕੋ ਹੋਵੈ। ਪਰ ਮਹਾਰਾਜ ਸੱਚੇ ਪਾਤਸ਼ਾਹ ਸਵੀਕਾਰ ਹੀ ਨਹੀਂ ਕਰਦੇ ਉਹਨਾਂ ਨੂੰ ਜੀ। ਸਾਨੂੰ ਕੋਈ ਕਹੇ ਤੈਨੂੰ ਕਰਾਮਾਤ ਦਿੰਨੇ, ਆਪਾਂ ਭੱਜੇ ਜਾਵਾਂਗੇ ਜੀ। ਮਹਾਰਾਜ ਦੇ ਕੋਲ ਖਲੋਤੀਆਂ, ਮਹਾਰਾਜ ਧਿਆਨ ਹੀ ਨਹੀਂ ਦਿੰਦੇ ਜੀ। ਹਾਂਜੀ, ਕਬਹੁ ਨਹੀਂ ਤਿਨ ਕੀ ਦਿਸ ਜੋਵੈ। ਕਦੇ ਰਿੱਧੀਆਂ ਸਿੱਧੀਆਂ ਵਾਲੇ ਪਾਸੇ ਨਹੀਂ ਜਾਂਦੇ। ਤੇ ਪਿਆਰਿਓ, ਨਾਮ ਜਪਣ ਵੱਲ ਤੇ ਧਿਆਨ ਰੱਖਿਓ, ਰਿੱਧੀਆਂ ਸਿੱਧੀਆਂ 'ਚ ਨਾ ਪਿਓ। ਕਿਉਂ? ਜਦੋਂ ਬੰਦਾ ਰਿੱਧੀਆਂ ਸਿੱਧੀਆਂ ਵਿੱਚ ਪੈਂਦਾ, ਇਹ ਬੰਦੇ ਨੂੰ ਫਸਾ ਲੈਂਦੀਆਂ ਜੀ, ਫਿਰ ਨਹੀਂ ਨਾਮ ਜਪਣ ਦਿੰਦੀਆਂ। ਹਾਂਜੀ, ਆਪਨੋ ਨਹਿ ਪ੍ਰਤਾਪ ਕਰ ਸਕਹਿ। ਹਾਂਜੀ, ਤੂਸ਼ਨ ਭਈ ਗੁਰੂ ਮੁਖ ਤੱਕ ਹੈ। ਉਹ ਰਿੱਧੀਆਂ ਸਿੱਧੀਆਂ ਨਿਧੀਆਂ
ਮਹਾਰਾਜ ਗਰੀਬ ਨਵਾਜ ਜੀ ਦੇ ਵੱਲ ਚੁੱਪ ਕਰਕੇ ਵੇਖਦੀਆਂ ਤੇ ਖਲੋਤੀਆਂ, ਪਰ ਆਪਣਾ ਪ੍ਰਤਾਪ ਨਹੀਂ ਵਿਖਾ ਸਕਦੀਆਂ ਜੀ। ਮਾੜਾ ਬੰਦਾ ਇਹਨਾਂ ਦੇ ਘੇਰੇ 'ਚ ਆ ਜਾਂਦਾ ਜੀ। ਹਾਂਜੀ, ਕਰਾਮਾਤ ਕੋ ਸਾਗਰ ਪਾਰੀ। ਇਸ ਤਰੀਕੇ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰੀਕੇ ਨਾਲ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਬੜੀ ਵੱਡੀ ਕਰਾਮਾਤ ਹੈ, ਬੜੀ ਵੱਡੀ ਕਰਾਮਾਤ ਦੇ ਮਾਲਕ ਹਨ ਸੱਚੇ ਪਾਤਸ਼ਾਹ। ਹਾਂਜੀ, ਬੂੰਦ ਸਮਾਨ ਜਾਨ ਨਹਿ ਪਿਆਰੀ। ਪਰ ਮਹਾਰਾਜ ਗਰੀਬ ਨਵਾਜ ਬੂੰਦ ਜਿੰਨੀ ਵੀ ਨਹੀਂ ਵਰਤਦੇ ਕਰਾਮਾਤ ਜੀ। ਗੱਜ ਕੇ ਆਖੋ ਵਾਹਿਗੁਰੂ। ਬੂੰਦ ਜਿੰਨੀ ਵੀ ਨਹੀਂ ਵਰਤਦੇ ਜੀ। ਜਿਹੜੇ ਕੋ ਸਮੁੰਦਰ ਹੋਵੇ ਤਾਂ ਬੂੰਦ ਵੀ ਨਾ ਵਰਤੇ, ਇਹ ਤਾਂ ਫਿਰ ਬੜੀ ਵੱਡੀ ਗੱਲ ਹੈ ਨਾ ਜੀ। ਹਾਂਜੀ, ਕਬਹੁ ਨਾ ਹਿਤ ਕਰ ਕਿਸਹੁ ਦਿਖਾਈ। ਨਾ ਹੀ ਗੁਰੂ ਅੰਗਦ ਦੇਵ ਜੀ ਨੇ ਕਦੀ ਕਰਾਮਾਤ ਵਿਖਾਈ ਕਿਸੇ ਨੂੰ ਜੀ। ਹਾਂ, ਇਹ ਜ਼ਰੂਰ ਸੀਗਾ, ਬੜੇ ਬੜੇ ਰੋਗੀ ਆਉਣੇ, ਜਦੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਵੱਲ ਵੇਖਣਾ ਉਹਨਾਂ ਰਾਜੀ ਹੋ ਜਾਣਾ ਜੀ। ਇਹ ਨਾਮ ਦਾ ਪ੍ਰਤਾਪ ਹੈ, ਪਰ ਕਰਾਮਾਤ ਨਹੀਂ ਸੀ ਮਹਾਰਾਜ ਨੇ ਵਿਖਾਈ ਕਦੀ। ਹਾਂਜੀ, ਮਨਹੁ ਸਮੀਪ ਨਾ ਏਵ ਛਪਾਈ। ਮਹਾਰਾਜ ਗਰੀਬ ਨਵਾਜ ਨੇ ਇੰਨੀ ਕਰਾਮਾਤ ਛੁਪਾ ਕੇ ਰੱਖੀ, ਮਾਨੋ ਕਰਾਮਾਤ ਕੋਲ ਹੈ ਹੀ ਨਹੀਂ ਸੀਗੀ ਜੀ। ਇਸ ਤਰ੍ਹਾਂ ਛੁਪਾ ਕੇ ਰੱਖੀ। ਹਾਂਜੀ, ਅਜਰ ਜਰਨ ਸ਼੍ਰੀ ਅੰਗਦ ਜੈਸੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ, ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਰ ਲਿਆ ਨਾ ਜੀ, ਉਹ ਮਹਾਰਾਜ ਹੀ ਜਰ ਸਕਦੇ ਜੀ। ਅਜਰ ਜਰਨ। ਚਲੋ, ਕਈ ਪ੍ਰੇਮੀਆਂ ਨੇ ਸਾਰੀ ਕਥਾ ਨਹੀਂ ਸੁਣੀ। ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਗੁਰਤਾ ਗੱਦੀ ਤੇ ਬਿਠਾ ਕੇ ਗੁਰੂ ਅੰਗਦ ਦੇਵ ਜੀ ਨੂੰ ਸਾਰੀਆਂ ਤਾਕਤਾਂ ਬਖਸ਼ ਕੇ ਤੇ ਖਡੂਰ ਸਾਹਿਬ ਭੇਜ ਦਿੱਤਾ ਜੀ। ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆਏ, ਆ ਕੇ ਸਾਰੇ ਪਰਿਵਾਰ ਨੂੰ ਮਿਲੇ, ਖਡੂਰ ਸਾਹਿਬ ਦੇ ਲੋਕਾਂ ਨੂੰ ਮਿਲੇ, ਪਰ ਗੁਰੂ ਅੰਗਦ ਦੇਵ ਜੀ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਮੈਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਜੀ। ਕਿਸੇ ਨੂੰ ਦੱਸੀ ਨਹੀਂ ਸੀ ਇਹ ਗੱਲ ਜੀ। ਇਹ ਤੇ ਬਾਅਦ ਚੋਂ ਸੰਗਤਾਂ ਨੇ ਆ ਕੇ ਦੱਸਿਆ ਵੀ ਹੁਣ ਇਹ ਗੁਰਤਾ ਗੱਦੀ ਤੇ ਬੈਠੇ, ਇਹ ਗੁਰੂ ਨੇ ਖਡੂਰ ਸਾਹਿਬ ਦੇ ਵਿੱਚ ਕਿਸੇ ਨੂੰ ਗੱਲ ਹੀ ਨਹੀਂ ਦੱਸੀ ਜੀ। ਕਿੱਡੀ ਵੱਡੀ ਗੱਲ ਹੈ ਜੀ। ਇੱਥੇ ਛੋਟੀ ਜਿਹੀ ਪਦਵੀ ਬੰਦੇ ਨੂੰ ਮਿਲ ਜੇ, ਬੰਦਾ ਲੋਕਾਂ ਨੂੰ ਦੱਸਦਾ ਹੈ, ਤੇ ਮਹਾਰਾਜ ਤੇ ਦੀਨ ਦੁਨੀਆ ਦੇ ਮਾਲਕ ਬਣੇ, ਪਰ ਕਿਸੇ ਨੂੰ ਆਪ ਮੁੱਖੋਂ ਨਹੀਂ ਜਾ ਕੇ ਦੱਸਿਆ ਵੀ ਮੈਂ ਗੁਰੂ ਬਣ ਗਿਆ। ਮੁੱਖੋਂ ਨਹੀਂ ਦੱਸਿਆ। ਅਜਰ ਜਰਨ ਸ਼੍ਰੀ ਅੰਗਦ ਜੈਸੇ। ਜੋ ਮਹਾਰਾਜ ਵਿੱਚ ਜਰਨ ਦੀ ਸ਼ਕਤੀ ਹੈ ਨਾ, ਉਹ ਮਹਾਰਾਜ ਵਿੱਚ ਹੀ ਹੈ। ਹਾਂਜੀ, ਭੂਤ ਭਵਿੱਖ ਨਾ ਅਬ ਭਾਤ ਐਸੇ। ਕਹਿਣ ਲੱਗੇ, ਨਾ ਕੋਈ ਪਹਿਲਾਂ ਸੀ ਇਹੋ ਜਿਹਾ, ਤੇ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਬੰਦੇ ਕੋ ਥੋੜੀ ਜੀ ਤਾਕਤ ਆਵੇ, ਲੋਕਾਂ ਨੂੰ ਵਿਖਾਉਂਦਾ ਬੰਦਾ ਤਾਕਤ ਆਪਣੀ। ਹਾਂਜੀ, ਦੋਹਰਾ ਰਚਨ ਸੰਘਾਰਨ ਲੋਕ ਤਰੈ ਅਸ ਸ਼ਕਤੀ ਕੋ ਪਾਏ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਕਿੰਨੀ ਵੱਡੀ ਤਾਕਤ ਹੈ। ਮਹਾਰਾਜ ਤਿੰਨਾਂ ਲੋਕਾਂ ਨੂੰ ਹੁਣੇ ਹੀ ਖਤਮ ਕਰਕੇ ਨਾ, ਤੇ ਤਿੰਨਾਂ ਲੋਕਾਂ ਨੂੰ ਦੁਬਾਰਾ ਰਚ ਸਕਦੇ ਸੱਚੇ ਪਾਤਸ਼ਾਹ। ਰਚਨ ਸੰਘਾਰਨ ਲੋਕ ਤਰੈ ਅਸ ਸ਼ਕਤੀ ਕੋ ਪਾਏ। ਇੰਨੀ ਵੱਡੀ ਤਾਕਤ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ। ਹਾਂਜੀ, ਨਿਬਲ ਨਰਨ ਤੇ ਦੁਖ ਸਹੈ ਧੰਨ ਗੁਰੂ ਸੁਖ ਦਾਏ। ਗੱਜ ਕੇ ਆਖੋ ਵਾਹਿਗੁਰੂ। ਪਰ ਫਿਰ ਵੀ ਸੱਚੇ ਪਾਤਸ਼ਾਹ ਆਮ ਪੁਰਸ਼ਾਂ ਦੀ ਤਰ੍ਹਾਂ ਰਹਿ ਰਹੇ ਜੀ। ਆਮ ਪੁਰਸ਼ਾਂ ਦੀ ਤਰ੍ਹਾਂ ਰਹਿ ਰਹੇ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਧੰਨ ਗੁਰੂ ਸੁਖ ਦਾਏ। ਧੰਨ ਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ। ਇੰਨੀ ਵੱਡੀ ਗੱਲ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਸੀਗੇ। ਗੱਜ ਕੇ ਤੁਸੀਂ ਵੀ ਕਹੋ ਸਾਰੇ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣ ਦਿੰਦੇ ਜੀ। ਗੁਰਬਾਣੀ ਵਿੱਚ ਨਾ ਭਗਤ ਦੀ ਡੈਫੀਨੇਸ਼ਨ ਆਈ ਵੀ ਭਗਤ ਕਿਹਨੂੰ ਕਹਿੰਦੇ ਆ, ਤੇ ਭਗਤ ਦੇ ਬਾਰੇ ਦੱਸਿਆ। ਕਹਿੰਦੇ, ਤਾਣ ਹੁੰਦੇ ਹੋਏ ਨਿਤਾਣਾ। ਸ਼ਕਤੀ ਹੈ ਪੂਰੀ, ਪਰ ਇਸ ਤਰ੍ਹਾਂ ਰਵੇ ਵੀ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਜੀ। ਮਾਣ ਹੁੰਦਾ ਹੋਏ ਨਿਮਾਣਾ। ਮਾਣ ਹੈ, ਵਡਿਆਈ ਹੈ, ਪਰ ਨਿਮਰਤਾ ਦੇ ਵਿੱਚ ਰਵੇ ਜੀ। ਇਹ ਮਹਾਰਾਜ ਨੇ ਇਕੱਲਾ ਸਿੱਖਾਂ ਨੂੰ ਨਹੀਂ ਆਖਿਆ, ਸਿੱਖੋ
ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਕਿਹਾ ਕਰੋ। ਕੱਲਾ ਸਿੱਖਾਂ ਨੂੰ ਨਹੀਂ ਆਖਿਆ, ਮਹਾਰਾਜ ਆਪ ਦਾਸ ਬਣ ਕੇ ਵੀ ਵਿਖਾਇਆ ਜੀ। ਗੁਰੂ ਹੋ ਕੇ ਵੀ ਦਾਸ ਬਣ ਕੇ ਰਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ। ਬੜੀ ਵੱਡੀ ਕਰਾਮਾਤ, ਬੜੀ ਵੱਡੀ ਕਰਾਮਾਤ, ਪਰ ਕਿਸੇ ਨੂੰ ਵਿਖਾਈ ਨਹੀਂ ਮਹਾਰਾਜ ਨੇ, ਵਿਖਾਈ ਨਹੀਂ ਜੀ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਬਹੁਤਾ ਵੱਡਾ ਗੁਣ ਹੈ। ਗੁਰੂ ਸਾਹਿਬ ਵਿੱਚ ਇੱਕ ਗੁਣ ਨਹੀਂ ਹੈ, ਮਹਾਰਾਜ ਵਿੱਚ ਗੁਣ ਬੜੇ ਹੈ। ਪਰ ਵੇਖ ਲਓ, ਇਹ ਵੀ ਜੇ ਗੱਲ ਕਰੀਏ ਤੇ ਛੋਟੀ ਗੱਲ ਨਹੀਂ, ਜੇ ਇੰਨੀ ਵੱਡੀ ਗੱਲ ਨੂੰ ਜਰ ਲੈਣਾ ਜੀ। ਸੋ ਪਿਆਰਿਓ, ਜਿੱਦਣ ਪਿਆਰ ਨਾਲ ਨਿਤਨੇਮ ਹੋ ਜੇ ਤੇ ਰੌਲਾ ਨਾ ਪਾਇਆ ਕਰੋ। ਸੇਵਾ ਸਿਮਰਨ ਕਰਕੇ ਰੌਲਾ ਨਾ ਪਾਇਆ ਕਰੋ, ਜਰ ਜਾਇਆ ਕਰੋ। ਜਿਹੜਾ ਜਰਿਆ ਹੋਇਆ ਉਹ ਸਮਝੋ ਵੀ ਦਾਣਾ ਮਿੱਟੀ ਦੇ ਥੱਲੇ ਹੈ, ਉਹ ਉੱਗੇਗਾ, ਉਹਦਾ ਫਲ ਮਿਲੇਗਾ। ਤੇ ਜਦੋਂ ਬੰਦਾ ਰੌਲਾ ਪਾਉਣ ਲੱਗ ਪੈਂਦਾ ਫਿਰ ਖਤਮ ਗੱਲ ਜੀ। ਇਸ ਕਰਕੇ ਦੱਸਣਾ ਨਹੀਂ ਕਿਸੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇੱਕ ਬੜੇ ਪਿਆਰ ਵਾਲਾ ਸਿੱਖ ਤਾਂ ਉਹ ਰੋਣ ਲੱਗ ਪਿਆ ਜੀ ਮੇਰੇ ਕੋ ਆ ਕੇ, ਰੋਣ ਲੱਗ ਪਿਆ। ਮੈਂ ਉਹਨੂੰ ਪੁੱਛਿਆ ਵੀ ਕੀ ਗੱਲ, ਤੁਸੀਂ ਰੋ ਕਿਉਂ ਰਹੇ ਜੇ? ਕਹਿੰਦਾ ਕੀ ਦੱਸਾਂ, ਮੇਰੀ ਅਵਸਥਾ ਤੇ ਬੜੀ ਵਧੀਆ ਬਣ ਗਈ ਸੀ, ਪਰ ਮੈਂ ਦੱਸ ਬੈਠਾ ਕਿਸੇ ਨੂੰ। ਕਹਿਣ ਲੱਗਾ ਦੱਸ ਬੈਠਾ। ਉਹ ਦੱਸਦਿਆਂ ਹਉਮੈ ਆ ਜਾਂਦੀ ਜੀ ਬੰਦੇ ਨੂੰ। ਉਹ ਸੂਖਸ਼ਮ ਜਿਹੜੀ ਹਉਮੈ ਹੈ ਨਾ, ਉਹ ਅਵਸਥਾ ਠਾਂ ਸੁੱਟ ਦਿੰਦੀ ਜੀ। ਕਹਿਣ ਲੱਗਾ ਬੜੀ ਵਧੀਆ ਅਵਸਥਾ ਸੀ, ਗੁਰੂ ਦੀ ਮਿਹਰ ਨਾਲ ਬੜੇ ਵਧੀਆ ਚੱਲ ਰਹੇ ਸਾਂ, ਪਰ ਮੈਂ ਦੱਸ ਬੈਠਾ ਕਿਸੇ ਨੂੰ। ਉਸ ਦਿਨ ਤੋਂ ਬਾਅਦ ਮੇਰਾ ਸਾਰਾ ਰਸ ਹੀ ਖਤਮ ਹੋ ਗਿਆ। ਸੋ ਭਗਤੀ ਕਰਨੀ ਹੈ, ਪਰ ਰੌਲਾ ਨਹੀਂ ਪਾਉਣਾ। ਵੇਖਣ ਵਿੱਚ ਵੀ ਐਂ ਲੱਗੇ ਵੀ ਬੰਦਾ ਸਧਾਰਨ ਹੈ, ਸਧਾਰਨ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਹੁਣ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੜੀ ਵੱਡੀ ਅਵਸਥਾ ਮਹਾਰਾਜ ਜਰੀ ਬੈਠੇ ਹੈ, ਜਰੀ ਬੈਠੇ, ਜਰ ਕੇ ਬੈਠੇ ਸਾਰਾ ਕੁਝ। ਸੋ ਅੱਗੋਂ ਕੀ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ 2-4 ਮਿੰਟ ਜਿਹੜੇ ਰਹਿ ਗਏ ਆ, ਸਾਵਧਾਨ ਹੋਵੋ। ਐ ਲੱਕ ਪ੍ਰੇਮ ਨਾਲ ਲੱਕ ਸਿੱਧੇ ਕਰਕੇ ਥੋੜ੍ਹਾ ਜਿਹਾ ਸਮਾਂ ਗੁਰ ਮੰਤਰ ਦਾ ਜਾਪ ਕਰਕੇ ਫਿਰ ਅਰਦਾਸ ਖਿਮਾ ਮੰਗੇਗਾ। ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ।
ਜਪੋ। ਵਾਹਿਗੁਰੂ 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 ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਜੀਵਨ ਮਿਲਿਆ, ਇਹ ਸਮਾਂ ਸਾਡਾ ਖਰਾਬ ਨਾ ਹੋਵੇ। ਸਮਾਂ ਵੱਧ ਤੋਂ ਵੱਧ ਭਜਨ ਵਿੱਚ ਲੱਗੇ, ਬੰਦਗੀ ਵਿੱਚ ਲੱਗੇ। ਇਹ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ। ਅਰਦਾਸ ਕਰਿਓ, ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਹੀ ਹਾਂ। ਮਹਾਰਾਜ ਸਾਡੇ ਤੇ ਮਿਹਰ ਕਰੋ, ਸਾਨੂੰ ਨਾਮ ਜਪਣ ਦਾ ਬਲ ਬਖਸ਼ੋ, ਸੇਵਾ ਕਰਨ ਦਾ ਬਲ ਬਖਸ਼ੋ, ਤੇ ਤੁਹਾਡਾ ਉਪਦੇਸ਼ ਸੁਣ ਕੇ ਅਸੀਂ ਮੰਨ ਸਕੀਏ, ਐਸੀ ਸਾਡੇ ਤੇ ਕਿਰਪਾ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।